हेलो जी, अस्सलाम वालेकुम नाज़रीन। उम्मीद करता हूँ खैरियत से होंगे जी। अल्हम्दुलिल्लाह मैं भी बिल्कुल ठीक हूँ, अल्लाह पाक का बड़े शुक्र है। तो जनाब आज की एक और नई वीडियो में मेरे साथ मेरे भाई साहब जो हैं वो पिंडी इस्लामाबाद किधर से हैं जी? सलालमगे सराय आलमगीर से जनाब हाजिर है। जा और ये माशाल्लाह अभी नमाज पढ़ के आए हैं, तो मैंने इनको कहा है कि जनाब मुझे आप थोड़ा सा टाइम दो, मैं थोड़े नाल वीडियो बनानी है। तो माशाल्लाह भैया बहुत प्यारी जी पठवारी बोलने ने। ते ए इटली का जनाब शहर है, केड़ा शहर है जी? परवीन परवीन। ते अस्सलाम वालेकुम भाई साहब, वालेकुम की हाल है सलाम। जी? ठीक ठाक हो अल्हम्दुलिल्लाह जी, शुक्र। जनाब? केड़ी जगह तो पाकिस्तान तो? मैं पाकिस्तान खंबी हानपुर ना अच्छा, सलालमगीर जिला गुजरात तहसील झेलम। तहसील झेलम है। तो की नाम है जनाब ਤੁਹਾਡਾ? मेरा नाम अमजद मामा। ਅਮਜਦ ਮਹਿਮੂਦ। ਲੋ ਜੀ, ਅਮਜਦ ਭਾਈ ਸਾਡੇ ਨਾਲ ਨੇ ਅੱਜ। ਤੇ ਅਮਜਦ ਸਾਹਿਬ ਜਿਹੜੇ ਨੇ ਇਹਨਾਂ ਕੋਲ ਪੁੱਛਨੇ ਆ ਕਿ ਯੂਰਪ ਦੇ ਵਿੱਚ ਇਹਨਾਂ ਦੀ ਜਿਹੜੀ ਲਾਈਫ ਹੈ, ਇਹਨਾਂ ਦਾ ਖਾਬ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਸੀ, ਤੇ ਬਾਕੀ ਜਿਹੜਾ ਹੈ ਉਹਨਾਂ ਦੀ ਲਾਈਫ ਹੈ ਤੇ ਕਿਸ ਤਰ੍ਹਾਂ ਦੀ ਗੁਜ਼ਰ ਰਹੀ ਹੈ। ਜਨਾਬ ਸਭ ਤੋਂ ਪਹਿਲੇ ਤਾਂ ਤੁਹਾਨੂੰ ਇਟਲੀ ਬਣਨ ਤੇ ਬਹੁਤ ਬਹੁਤ ਮੁਬਾਰਕ ਹੋਵੇ। है मुबारक जी। ਤੇ ਕਿਹਦਾ ਲੱਗ ਰਿਹਾ ਤੁਹਾਨੂੰ ਇਟਲੀ ਦੇ ਵਿੱਚ ਆ ਕੇ? इटली आन के ठीक ही है, बेहतर ही है निज़ाम हो गया। चलो इतने सहूलत सारियां मिल रही ਅੱਛਾ, ने इंसान। ਤੇ ਕਿੰਨੀ ਜਨਾਬ ਤੁਹਾਨੂੰ ਦੇਰ ਹੋ ਗਈ ਏ ਇਟਲੀ ਆਪਣਾ ਪਾਕਿस्तान ਤੋਂ ਨਿਕਲੇ ਮੇਰੇ ਭਾਈ ਨੂੰ? पाकिस्तान तो निकले हैं जी 7 साल हो गए निकले। 7 ਸਾਲ ਹੋ ਗਏ ਨੇ ਤੁਹਾਨੂੰ जी ਪਾਕਿस्तान 7 ਤੋਂ साल ਨਿਕਲਿਆ। जी ਤੁਸੀਂ ਕੈਮਰੇ ਦੇ ਵਿੱਚੋਂ ਵੇਖ ਕੇ ਗੱਲ ਕਰਨੀ ਹੈ। 7 साल हो ਤੇ गए। ਜਨਾਬ ਇਹ 7 ਸਾਲ ਤੇ ਇਟਲੀ ਵਿੱਚ ਪਹੁੰਚਣ ਨੂੰ ਕਿੰਨੀ ਦੇਰ ਹੋ ਗਈ? इटली के हो गया कोई 1 साल ते 5 महीने हो 1 गए। ਸਾਲ। ਤੇ ਤੁਹਾਡਾ ਕਦੀ ਦਿਲ ਨਹੀਂ ਉਸੜਿਆ ਵੀ ਮੈਂ ਘਰ ਜਾਵਾਂ, ਪਾਕਿस्तान ਜਾਵਾਂ, ਜਾਂ ਕੋਈ ਇਸ ਤਰ੍ਹਾਂ ਦਾ ਕੋਈ ਸੂਰਤ-ਹਾਲ? बड़ा ही भाई जी दिल तो उछड़ना है, के करिए परदेस विच ये तो हुण पता नहीं है कदू जाएंगे, के हिसाब होवेगा, ਤੇ के ਪਹਿਲੇ सिस्टम। ਜਿਹੜੇ 7 ਸਾਲਾਂ ਤੋਂ ਪਹਿਲੇ ਤੁਸੀਂ 1 ਸਾਲ ਇਟਲੀ ਵਿੱਚ ਹੋ ਗਿਆ, ਤੇ 6 हाँ ਸਾਲ ਕਿਸ ਤਰ੍ਹਾਂ ਗੁਜ਼ਾਰੇ ਨੇ? 6 साल है ही कदे किधरे धक्के से खाते कदे किधरे निजाम में इस तरह चलने दुनिया। ਕਿਸ ਤਰ੍ਹਾਂ ਧੱਕੇ ਖਾ ਆਏ ਹੋ ਤੁਸੀਂ? है कि मजबूरियां इंसान नु सारियां होंदियां ने, के करे बंदा इधर कदे उधर जाओ। 2 साल ते 5 8 महीने तुर्की रहे हैं। ਅੱਛਾ ਜੀ। तुर्की तो बाद है Konuş biliyorum. Turku biliyor तो musun? poco poco tanto no poco capisci. İtalyan boğaz yani Turkish hiç değil. Az तुर्की az biliyorum. az biliyorum Turcu biliyorum sen. se Az az. az biliyorum ਉਹ tanto no ਤੁਰਕੀ ਦੇ ਵਿੱਚ ਵੜਦੇ ਆ ਸਾਲ ਜਦੋਂ ਆਉਂਦੇ ਨੇ, ਉਹ ah ਜਨਾਬ eh ਸਿੱਤਰ ਕੀ ਤਾਮਨਾ ਕੋਈ, सितर की तामना ਸਿੱਤਰ कोई ਕੀ बात। ਤਾਮਨਾ ਕੋਈ। ਸਹੀ ਹੋ ਗਿਆ। ਤੇ ਪਾਕਿਸਤਾਨ ਤੋਂ ਜਨਾਬ ਤੁਸੀਂ ਨਿਕਲੇ ਤੇ ਇਟਲੀ ਤੱਕ ਤੁਸੀਂ ਪਹੁੰਚੇ, ਕਿਹੜੀਆਂ ਕਿਹੜੀਆਂ ਰਾਹ ਦੇ ਵਿੱਚ ਪਰੇਸ਼ਾਨੀਆਂ ਆਈਆਂ? ਕੋਈ ਸਾਨੂੰ ਕੋਈ ਗੱਲ ਸੁਣਾਓ ਨਾ ਕਿ ਕਿਸ बस ਤਰ੍ਹਾਂ यार ਤੋਂ ਤੁਹਾਡਾ ਪਾਕਿਸਤਾਨ ਚ ਜ਼ੇਨ ਬਣਿਆ ਕਿ ਮੈਂ ਨਿਕਲ ਜਾਵਾਂ। पाकिस्तान बस इस तरह ही गेम बनी है, मुड़े गए हैं, मेरे ग्रां ने 4 5 सन। ਅੱਛਾ ਜੀ। ਉਹ ਮਰਵਾ ਨੇ ਚੱਲ ਪੀਰਾ ਚਲੀਏ, ਅੱਛਾ ਮਨ ਪੀਰੀ ਆਨੇ ਸਨ ਪਿਆਨਵਾ ਨੇ ਪੀਰਾ ਚੱਲ ਚਲੀਏ ਤੇ ਅੱਛਾ ਗੇਮ ਲਾਈਏ ਤੁਰਕੀ ਦੀ। ਅੱਛਾ ਤੇ ਜੀ। ਮੈਂ ਕਿਹਾ ਯਾਰ ਤੁਰਕੀ ਕੇ ਜਾ ਕੇ ਕਰਨਾ ਹੈ। ਮੈਂ ਯੂਨਾਨ ਨੇ ਸਊਦੀਆ ਦੁਬਈ ਨੇ ਮੈਂ ਗਿਆ ਤੇ ਚਲੋ ਉੱਥੇ ਮੇਰਾ ਕਿਹੜਾ ਕੰਮ ਬਣਨਾ। ਉਹਨੇ ਨਹੀਂ ਤੂੰ ਚੱਲ ਸਾਡੇ ਨਾਲ। ਮੈਂ ਉਹਨੇ ਕਿਹਾ ਤੁਸੀਂ ਜਾਓ ਹਾਂ ਹਾਂ। ਤੇ ਮੈਂ ਨਹੀਂ ਜਾਣਾ। ਉਹ ਮਰਵਾ ਨੇ ਬਾਅਦ ਚੋਂ ਆ ਜਾ ਚੱਲਨੇ ਆ ਫਾਇਦੇ ਚ ਰਹਿ ਸਨ। ਮੈਂ ਨਹੀਂ ਯਾਰ ਉਹਨਾਂ ਕਿਤੇ ਤੂੰ ਮਹੀਨਾ ਸਾਰਾ ਹੋਇਆ ਨਿਕਲਿਆ ਤੇ ਮਗਰੋਂ ਮੈਂ ਵੀ ਟੰਕੀ ਲਾ ਗਿਆ ਤੇ ਮੈਨੂੰ ਬਾਅਦ ਚ ਉਹਨਾਂ ਪਤਾ ਲੱਗਾ ਕਿ ਕੰਮ ਗਲਤ ਕੀਤਾ ਪੀਰੇ, ਅੱਛਾ ਜੀ। ਕਿਉਂਕਿ ਖੱਜਲ ਆਈ ਆ ਬੂ ਕਿਸ ਤਰ੍ਹਾਂ ਖੱਜਲ ਤੁਸੀਂ ਹੋਏ? ਉਹ ਮੁੜੇ ਖੱਜਲ ਹੋਏ। ਮੈਨੂੰ ਬਾਅਦ ਚ ਪਤਾ ਲੱਗਾ ਕਿ ਮੈਂ ਜਲੇ ਰਹਿਦਾ ਦੋਗੋ ਬਿਆਸ ਪੁੱਜਿਆ ਤੇ ਮੈਨੂੰ ਫੋਨ ਕੀਤੀ ਉਹਨੇ ਕਿ ਤੂੰ ਗਲਤ ਕੀਤਾ। ਮੈਂ ਚੱਲ ਹੁਣ ਆ ਗਿਆ, ਟੈਨਸ਼ਨ ਨਹੀਂ। ਮੈਂ ਕਿਹਾ ਚਲੋ ਕੋਈ ਨਹੀਂ, ਟੈਨਸ਼ਨ ਨਹੀਂ, ਹੁਣ ਤਾਂ ਪੁੱਜੀ ਆਏ ਆ ਦੋਗੋ ਬਿਆਸ। ਈਰਾਨ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੇ ਪਰੇਸ਼ਾਨੀਆਂ ਹੈਰਾਨ ਮਹਿਸੂਸ ਹੈਰਾਨ ਹੋਈਆਂ? ਬਹੁਤ ਯਾਰ ਔਖਾ ਜਿਹਾ ਭਾਜੀ, ਸਭ ਕੁਝ ਔਖਾ ਯਾਰ। ਜਿਹੜੇ ਦੋਸਤ ਆਂਦੇ ਨੇ ਅਸੀਂ ਡੈਂਕੀ ਲਾ ਕੇ ਆਉਣੀ ਹੈ, ਉਹਨਾਂ ਨੂੰ ਗੱਲ ਦੱਸੋ ਨਾ ਔਖੀ ਈਰਾਨ ਦੀ। ਹੈਰਾਨ ਭਾਈ ਜੀ, ਜਿਹੜੇ ਬੰਦੇ ਵੀ ਮਾਰਨੇ ਵੀ ਨੇ, ਭੁੱਖਿਆ ਵੀ ਰਹਿਣਾ ਪੈਂਦਾ। ਦੋ ਦਿਹਾੜੇ ਚ ਮਹੀਨਾ ਅੱਗੇ ਪਤਾ ਰੋਟੀ ਕੋ ਨਾ ਲੱਭੇ। ਬੜੇ ਅੱਛਾ ਔਖੇ ਨਿਜ਼ਾਮ, ਸਾਰੇ ਸਿਸਟਮ ਤੱਕਣੇ ਪੈਂਦੇ ਨੇ ਇੱਥੇ। ਮਜਬੂਰੀਆਂ ਬੜੀਆਂ ਹੁੰਦੀਆਂ ਨੇ। ਇਨਸਾਨ ਬੱਲੇ ਗੱਲਾਂ ਬੜੀਆਂ ਕਰਨੇ, ਦੱਸਣੇ ਕੁਝ ਹੋਰ ਨੇ ਤੇ ਕਰਨੇ ਹੋਰ। ਇਹ ਅੱਛਾ ਗੱਲ ਜੀ। ਬੜਾ ਔਖਾ ਨਿਜ਼ਾਮ ਹੈ ਭਾਈ ਈਰਾਨ ਦਾ। ਹੈਰਾਨ। ਅੱਛਾ ਹੈਰਾਨ ਬੰਦੇ ਮਰਨੇ ਵੀ ਨੇ, ਕਿਤਨੀਆਂ ਕੋਈ ਲਾਸ਼ਾਂ ਬੰਦੇ। ਵਾਕਿਆ ਸੁਣਾਓ ਨਾ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਹੋਇਆ, ਪੇਸ਼ ਆਇਆ ਹੋਵੇ, ਜਾਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇ। ਨੇ ਆਪਣੇ ਅੱਖਾਂ ਨਾਲ ਇਹ ਕਿ ਪਾਣੀ ਚ ਬੰਦੇ ਲੰਘਨੇ, ਬਾਕੀ ਤਾਂ ਮਰੇ ਸ਼ਰੇ ਨਹੀਂ ਬੰਦੇ ਦੇਖੇ। ਬਾਰਡਰ ਬਾਕੀ ਜਿਹੜਾ ਤੁਰਕੀ ਈਰਾਨ ਦਾ ਪਾਰ ਤੁਸੀਂ ਕਿਸ ਤਰ੍ਹਾਂ ਕੀਤਾ? ਇਹ ਰਾਤੀ ਅਸਾਂ ਕਰਾਇਆ ਸੀ, ਹਨੇਰਾ ਪਹਾੜੀਆਂ ਸੀ, ਤੋਂ? ਪਹਾੜੀਆਂ ਤੋਂ ਕਰਾਇਆ ਸੀ। ਕਿੰਨੀ ਕੁ ਪਹਾੜੀ ਚੜੇ? ਬਹੁਤ ਉੱਚੀਆਂ ਉੱਚੀਆਂ ਪਹਾੜੀਆਂ ਸਨ। ਦਿਲ ਦੇ ਵਿੱਚ ਉਸ ਟਾਈਮ ਕੀ ਖਿਆਲ ਆਉਂਦਾ ਨਾ ਦਿਲ ਜਦੋਂ ਚ ਪਹਾੜੀ ਬੜਾ ਚੜਦੇ ਹੋ? ਪਹਾੜੀ ਚ ਚੜੇ ਭਾਈ ਜੀ, ਬੜਾ ਔਖਾ ਨਿਜ਼ਾਮ ਹੈ। ਹੁਣ ਕੀ ਕਰੇ ਬੰਦਾ, ਕੀ ਆ ਸਕਨੇ ਆ। ਪਰ ਮਜਬੂਰੀ ਸੀ, ਇਸ ਲਈ ਆ ਗਿਆ। ਇਹ ਦਿਲੇ ਦੀ ਖਵਾਇਸ਼ ਸੀ ਤੁਰਕੀ ਪੁੱਜਣਾ। ਤੁਰਕੀ ਤੋਂ ਬਾਅਦ ਫਿਰ ਉੱਥੇ ਕੋਈ 2 ਸਾਲ ਦਾ 8 ਮਹੀਨੇ ਲਾਏ। ਫਿਰ ਅਸਾਂ ਆਖਿਆ ਯੂਨਾਨ ਜਾਣਾ। ਅੱਛਾ ਜੀ। ਇੱਥੇ ਤੁਰਕੀ ਪੇਪਰ ਨਹੀਂ ਦਿੰਦਾ। ਤੁਰਕੀ ਨਾ ਤੁਰਕੀ ਜਿਹੜਾ ਸੀ ਨਾ ਤੁਰਕਾਨ, ਉਹ ਬਿਹਤਰ ਸੀ ਇਨਸਾਨ ਵਾਸਤੇ। ਤੇ ਅੱਛਾ ਹੁਣ ਜਿਹੜੀ ਹੁਕੂਮਤ ਆਈ ਇਹ ਚੰਗੀ ਨਹੀਂ ਸੀ। ਹੁਣ ਹੀ ਅੱਛਾ ਪਾਕਿਸਤਾਨੀਆਂ ਡਿਪੋਰਟ ਕਰਨੀ ਹੈ। ਅੱਛਾ ਜੀ। ਤੇ ਅਸੀਂ ਉੱਥੋਂ ਨਿਕਲੇ ਆ, ਫਿਰ ਉੱਥੇ ਦੁੱਖ ਤਕਲੀਫਾਂ ਤੱਕ ਤੁੱਕ ਕੇ ਤਈਆਂ ਨੇ ਪੁੱਜ ਆਏ ਆ। ਤੇ ਵਾਹ ਮਾਰੀਆਂ ਜੀ ਜਿਹੜੇ ਪ੍ਰਦੇਸ਼ਾਂ ਚ ਬੜੇ ਸੌਖੇ ਨੇ, ਬੜੇ ਸੌਖੇ ਨੇ ਬਿਲਕੁਲ। ਬੜੀਆਂ ਚੱਸ ਲੈਣੇ। ਵੀਡੀਓ ਇੱਕ ਪਾ ਛੜੀਏ ਜਾਂ ਇੱਕ ਤਸਵੀਰ ਛਿੱਕ ਛੋੜੀਏ ਤੇ ਆਨੇ ਜੀ ਬੜੇ ਸੌਖੇ ਨੇ ਭਾਵੇਂ। ਉਹ ਯੂਰਪ ਵਾਲੇ ਬੜੇ ਸੌਖੇ ਨੇ। ਬੜੇ ਸੌਖੇ ਨੇ ਬਿਲਕੁਲ। ਹਾਂ, ਇਹ ਜੀ ਨਹੀਂ ਪਤਾ ਕਿ ਇੱਥੇ ਯੂਰਪ ਵਾਲੇ ਕਰਦੇ ਕਿ ਹਿਸਾਬ ਹੈ। ਤੇ ਅਮਨ ਇਹ ਪਤਾ ਲੱਗੇ ਹੁੰਦੇ ਕਿ ਭਾਅ ਮਿਰਚਾਂ ਵਿਕਣੀਆਂ ਨਹੀਂ।
ਇਹ ਭਾਅ ਵਿਕਣੀਆਂ ਨੇ ਖਾਣ ਪਕਾਣ ਆਉਂਦੇ ਖਾਣ- ਹੋਣੇ ਨੇ ਜੀ ਉੱਥੇ ਚਸ ਲੈ ਰਹੇ ਨੇ ਚੱਸ ਲੈ ਖਿਚੜੀ ਦੇ ਰਹੇ ਵਿੱਚ, ਜਾ ਪਰ ਇੱਥੇ ਆ ਕੇ ਰੋਟੀ ਜਿਹੜੀ ਉਹ ਆ ਪਕਾ ਕੇ ਖਾਣੀ ਪੈਂਦੀ ਹੈ, ਕੱਚੀਆਂ ਰੋਟੀਆਂ ਕੱਚੇ ਸਾਲਣ ਖਾਣੇ ਪੈਂਦੇ ਨੇ ਜੀ। ਕਦੇ ਕੱਚੀ ਤੇ ਕਦੇ ਪੱਕੀ ਆ, ਇਹ ਸਾਰੇ ਇੰਤਜ਼ਾਮ ਭਾਈ ਨਹੀਂ ਬਣਦੇ। ਕੀ ਅੱਛਾ ਕਰੀਏ। ਮੇਰਾ ਇੱਕ ਦੋਸਤ ਹੀ ਭਾਈਚਾਰਾ, ਉਹਨੂੰ ਮੈਂ ਆਖਿਆ ਯਾਰ ਮੈਨੂੰ ਪਾਸਪੋਰਟ ਨਿਊ ਕਰਾ, 10 ਸਾਲਾਂ ਮੈਂ ਪਾਸਪੋਰਟ ਬਣਵਾਇਆ, ਉਸ ਬੜੇ ਕੇਸ ਦਿੱਤੇ ਨੇ ਮੇਰੇ ਦੁਬਈ ਵਿੱਚ। ਅੱਛਾ ਵਸੀਮ ਉਹਦਾ ਨਾਮ ਹੈ, ਬੜਾ ਅੱਛਾ ਦੋਸਤ ਹੈ ਮੇਰਾ। ਅੱਛਾ ਉਹ ਚੌਧਰੀ ਜੀ ਨੇ ਬੜੀ ਟਰਾਈ ਕੀਤੀ ਹੈ, ਪਰ ਮੇਰਾ ਕੰਮ ਨਹੀਂ ਹੋਇਆ। ਜਿੱਧਰ ਦੇਣਾ ਜਮਾ ਕਰਾਉਣਾ ਸੀ ਕੈਂਸਲ ਹੋ ਜਾਂਦਾ ਸੀ। ਅੱਛਾ ਜੀ। ਚੌਧਰੀ ਆਲਾ ਤੇਰੇ ਕਿਸਮਤ ਹੀ ਕੋਈ ਮਾੜੀ ਹੈ, ਜਿੱਥਾ ਜਾਂਦਾ ਤੇਰੇ ਬੰਦ ਹੋ ਜਾਣੀ ਹੈ, ਕੰਪਨੀ ਬੰਦ ਹੋ ਜਾਣੀ ਹੈ। ਮੈਂ ਕਿਹਾ ਚੱਲ ਕੋਈ ਨਹੀਂ ਯਾਰ, ਨਸੀਬ ਜਿਹੜੇ ਤੇਰੇ ਜਿੱਥਾ ਲਿਖਿਆ ਹੋਵੇ ਉੱਥੋਂ ਲੱਭਣੇ ਨੇ ਇਨਸਾਨ ਬਿਲਕੁਲ ਕੀ। ਸਹੀ। ਉਹ ਚੋ ਸਾਹਿਬ ਭਰੇ, ਮੈਂ ਸੋਚਿਆ ਡੰਕੀ ਲਾਓ ਜੀ, ਡੰਕੀ ਇਹ ਲਾ ਕੇ ਨਿਕਲ ਆਇਆ। ਸਹੀ ਹੋ ਗਿਆ। ਉਹ ਅੱਜ ਅੱਲਾ ਨਾ ਕਰਮ ਮੈਂ ਜੀ, ਸ਼ੁਕਰ ਹੈ ਆਪਣੇ ਮਾਪਿਓ ਦੀਆਂ ਦੁਆਵਾਂ ਇੱਥੇ ਪੁੱਜੇ ਆ। ਰਾਹ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਤੁਸੀਂ ਵੇਖੀਆਂ? ਮੁਸ਼ਕਲਾਂ ਇਹ ਭਾਈ, ਮਰਿਆ ਚੜਿਆ ਤੇ ਕੋਈ ਭੁੱਖਾਂ ਹੀ ਤੱਕੀਆਂ, ਭੁੱਖ ਭੂੰ ਤੱਕੀ। ਔਖਾ ਪੈਦਲ ਚੱਲਣਾ ਵੀ ਬੜਾ ਪੈਦਲ ਔਖਾ ਹੈ ਬੜਾ ਨਾ। ਔਖਾ ਵਾ। ਬਾਕੀ ਜਿਹੜੇ ਇਹ ਮੰਮੀ ਡੈਡੀ ਵਾਹ ਜਿਹੜੇ ਜਿਹੜੇ ਅੱਜ ਮੋਟੇ ਕੱਲ੍ਹ ਦੇ- ਮੰਮੀ ਡੈਡੀ ਵਾਲੇ ਤਾਂ ਕੰਮ ਔਖਾ ਹੀ ਆ, ਉਹਨਾਂ ਵਾਸਤੇ ਔਖਾ ਕਿ ਮੰਮੀ ਡੈਡੀ ਵਾਲਿਆਂ ਦੀ ਇਹ ਹੀ ਹੈ ਕਿ ਉੱਥੇ ਪੈਸੇ ਕਮਾਉਣ ਤੇ ਉੱਥੇ ਹੀ ਰਹਿਣ, ਤੇ ਉਹ ਚੰਗਾ। ਸਹੀ ਹੋ ਗਿਆ। ਇਹ ਤਾਂ ਯੂਰਪਾਂ ਵਿੱਚ ਕੀ ਆਣ ਕੇ ਕਰਨਾ, ਉੱਥੇ ਮਿਹਨਤ ਕਰਨ। ਇਹ ਵੇ ਕਿ ਪਾਕਿਸਤਾਨ ਘੁੰਮਤ ਤੁਰਕੀ ਨਹੀਂ। ਤੋਂ ਫਿਰ ਕਿਸ ਤਰ੍ਹਾਂ ਤੁਸੀਂ ਯੂਨਾਨ ਤੇ ਯੂਨਾਨ ਤੋਂ ਫਿਰ ਸਰਬੀਆ, ਫਿਰ ਬੋਸਨੀਆ, ਫਿਰ ਕਰੋਸ਼ੀਆ, ਸਲਵੀਨੀਆ, ਸਾਰੇ ਸਾਰੇ ਸੁਣਾਓ ਨਾ ਸਾਨੂੰ ਕਿਸ ਤਰ੍ਹਾਂ ਤੁਸੀਂ ਆਪਣਾ ਪੈਦਲ ਨਿਕਲੇ? ਪੈਦਲ ਹੀ ਸਾਰੀ ਪੈਦਲ ਹੀ ਮਾਰਚ ਕੀਤੀ ਆ। ਕੋਈ ਗੱਡੀਆਂ ਮਿਲ ਗਈਆਂ ਕਿਸੇ ਵੇਲੇ। ਤੁਰਕੀ ਤੋਂ ਕਿਸ ਤਰ੍ਹਾਂ ਨਿਕਲੇ? ਏਜੰਟ ਨਾਲ ਗੱਲ ਕਰਕੇ ਕਿੰਨੇ ਪੈਸਿਆਂ 'ਚ ਉਹਨੇ ਮੰਗਿਆ ਸੀ 3.5 ਲੱਖ ਰੁਪਈਆ। ਤੁਹਾਨੂੰ ਸਮਾਨ ਸਮਾਨ- ਲੈ ਕੇ ਤੁਸੀਂ ਬਸਤੇ ਆਪਣੇ ਆਹੋ ਏਜੰਟ ਦੀ ਸੇਫ ਤੇ ਪਹੁੰਚ ਗਿਆ ਤੁਰਕੀ? ਜਦ ਤੁਰਕੀ ਪੁੱਜੇ ਆ, ਉੱਥੇ ਭਰਾਈ ਸਾਰੇ ਤੁਰਕੀ ਪੁੱਜ ਗਏ। ਬੜਾ ਔਖਾ ਨਿਜ਼ਾਮ ਹੈ। ਏਜੰਟ ਸੇਫ ਦੱਸਣੇ ਤੋਂ ਫਿਰ ਅੱਗੂ ਕਿਸ ਤਰ੍ਹਾਂ ਨਿਕਲੇ ਤੁਸੀਂ ਯੂਨਾਨ ਵਾਸਤੇ? ਜਨਾਨ ਬਾਤ ਨਿਕਲਿਆ, ਉੱਥੇ ਬੱਸ ਕੀਤੀ ਉਹਨਾਂ, ਉੱਥੇ ਗੇਮ ਬੋਰਡ ਕਿੰਦੀ ਸੀ? ਜੰਗੀਰੇ ਨਹੀਂ ਜੰਗੀਰਾ ਸੀ ਕਿ ਉਹ ਜੰਗੀਰ। ਲੰਗਾ ਸੀ? ਅਫਜ਼ਲ ਲੰਗਾ। ਨੇ ਜੰਗੀਰ ਮੁੰਡਾ ਨਾਮ ਹੈ। ਉੱਥੇ ਤੇ ਸੇਫ ਵਿੱਚ ਕਹਿੰਦੇ ਨੇ ਖੁਰਕ ਬੜੀ ਭਾਈ ਪੈ ਜਾਂਦੀ। ਉਹਦਾ ਖੁਰਕ ਹੈ ਉੱਥੇ ਬੜੀ। ਅੱਛਾ ਜੀ। ਤੁਰਕੀ ਤੇ ਖੁਰਕ ਤੁਹਾਨੂੰ ਹੈ। ਨਹੀਂ ਪਈ 2 ਸਾਲਾਂ ਦੇ ਵਿੱਚ? ਸ਼ੁਕਰ ਹੈ ਰੱਬੇ ਕਰੀਮ ਨਾਲ, ਰੱਬ ਨੇ ਖੁਰਕੇ ਤੋਂ ਬਚਾਈ ਰੱਖਿਆ, ਖੁਰਕ ਨਹੀਂ ਪਈ ਅੱਜ ਤਾੜੀ। ਅੱਛਾ ਜੀ। ਅੱਲਾ ਨਾ ਕਰਮ ਹੈ, ਖੁਰਕ ਨਹੀਂ ਪਈ। ਸਹੀ ਹੋ ਗਿਆ। ਜਦੋਂ ਨੇ ਮੈਂ ਯੂਰਪ ਵਿੱਚ ਆਇਆ, ਜਿੱਥੇ ਵੀ ਰਿਹਾ, ਤੁਰਕੀ ਰਿਹਾ, ਯੂਰਪ ਜਿੱਥੇ ਵੀ ਰਿਹਾ, ਖੁਰਕ ਨਹੀਂ ਪਈ ਅੱਜ ਤਾੜੀ। ਸ਼ੁਕਰ ਹੈ ਰੱਬੇ ਕਰੀਮ, ਚਲੋ ਅੱਲਾ ਨਾ ਕਰਮ ਹੈ। ਅੱਛਾ। ਉਹ ਫਿਰ ਬੋਲ ਰਾਤੀ ਪਤੇ ਜ਼ਿਆਦਾ ਗੇਮ ਕਰਾਉਂਦੇ, ਰਾਤੀ ਦੀ ਸੁਣਾ ਕੋ ਨਹੀਂ ਕਿ ਬੰਦਾ ਬੱਸ 'ਚ ਕਿੱਥੇ ਪਾ ਲਿਆ ਤੁਹਾਨੂੰ? ਬੱਸ ਚ ਪਾ ਕੇ ਕਿੱਥੇ ਜਾਣਾ, ਕਿ ਹਿਸਾਬ ਹੁੰਦਾ। ਜ਼ਿਆਦਾ ਰਾਤੀ ਨੂੰ ਸਫ਼ਰ ਕਰਨੇ ਨੇ, ਨਾ ਤੱਕੇ ਕੋਈ ਬੰਦਾ ਤੇ ਨਾ ਲੈਣ ਦਾ ਦੇਣ। ਜ਼ਿਆਦਾ ਰਾਤੀ ਨਹੀਂ ਹੁੰਦੀ, ਪਤਾ ਤੁਸੀਂ ਵੀ ਡੰਕੀ ਲਾਈ ਹੋਣੀ ਹੈ, ਬਿਲਕੁਲ। ਸਾਰੀ ਰਾਤੇ ਨਹੀਂ ਹੁੰਦਾ। ਉਹ ਕੋਈ ਬੱਸ 'ਚ ਤੁਹਾਨੂੰ ਉਹਨਾਂ ਸਫ਼ਰ ਕਰਾਇਆ? ਬੱਸ ਚ ਫਿਰ ਉੱਥੇ ਆਏ, ਬੋਰਡ ਛੋੜ ਲਈ ਉਹਨੇ, ਇਹ ਗੇਮ ਪਕੜਾ ਕੇ 3 ਡੰਕੀਆਂ ਲਾਈਆਂ, ਤਰੀ ਚੌਥੀ ਚ ਮੈਂ ਪੁੱਜਿਆ। ਅੱਛਾ, ਚੌਥੀ ਟੈਂਕੀ ਜਦੋਂ ਤੁਸੀਂ ਪਹੁੰਚੇ ਜੀ। ਫਿਰ ਨਹਿਰ ਕ੍ਰਾਸ ਕੀਤੀ ਬੋਰਡ ਲਾ? ਬੋਰਡ ਪਾਰ ਕੀਤੀ ਨਾ, ਕੋਈ ਫੌਜ ਆ ਗਈ, ਫੌਜ ਮਾਰਿਆ ਉਹਨੇ ਚੰਗਾ। ਅੱਛਾ ਜੀ। ਠੁੱਡੇ ਜੁੱਟੀਆਂ। ਓਏ ਹੋਏ। ਮੈਂ ਵੀ ਵੜਿਆ ਸਾਂ, ਮੈਂ ਬੋਰਡ ਤੋਂ ਵਾਪਸ ਨਾ ਆਸਾਂ। ਮੈਂ ਬਣਵਾ ਨਾ ਗੱਲ ਬੁਰਿਆ ਮੈਂ ਕਿਹਾ ਗੱਲ ਗੁਲ ਕਿੱਧਰ, ਇੱਧਰ ਵਾਪਸ ਚੱਲੇ ਆ ਕਿ ਗੱਲ ਬੁਰਿਆ। ਅੱਛਾ। ਬੜਾ ਸ਼ੁਕਰ ਲੱਗਾ ਮੈਨੂੰ। ਆ ਰਿਹਾ ਵਾਪਸ ਆ, ਮੈਂ ਕਿਹਾ ਨਾ ਤੂੰ ਨਾ ਕੁੱਟਣ ਲੱਗਿਆ, ਮੈਂ ਕਿਉਂ ਜਾ। ਅੱਛਾ, ਕਿਹੜਾ ਗ੍ਰੀਕਾ ਹੁੰਦਾ? ਗਰੀਕਾ। ਅੱਛਾ। ਮੈਂ ਵਾਪਸ ਆ ਗਿਆ। ਹਾਂ। ਮੁੜਿਆ ਵੀ ਬੜਾ ਮਾਰੀ ਉਹਨੇ, ਅੱਛਾ। ਕੁਝ ਮਾਰੀ ਉਹਨੇ ਵਿੱਚ ਠੁੱਡੇ ਜਾਂ ਨਹਿਰੇ ਟੈਪ ਓਏ ਹੋਏ। ਤਾਰੀ ਜਹਾਜ਼ ਕੋ ਨਹੀਂ ਸੀ। ਅੱਛਾ। ਮੈਂ ਲੱਗ ਲੋਕ ਗਏ, ਕਿਸਮਤ ਵੱਧੀ ਸੀ ਸਹੀ ਵਿਚਾਰਿਆਂ। ਹੋ ਗਿਆ। ਮੈਂ ਬਾਹਰ ਨਿਕਲਿਆ, ਮੇਰਾ ਬੈਗ ਵੀ ਚੁੱਕ ਕੇ ਲੈ ਗਏ, ਮੈਂ ਉੱਥੇ ਪੈਰੇ ਦੀ ਡੰਗੀ ਲਾਈ ਹੈ। ਅੱਛਾ ਜੀ। ਹਾਂ, ਦੂਈ ਗੇਮ ਆਈ ਹੈ ਤੇ ਮੁੜੇ ਜੰਗੀਰੇ ਆਖਿਆ ਇਸकी ਲੈ ਜਾਓ। ਹਾਂ ਹਾਂ। ਜਾਏਗਾ ਮੁੰਡਾ ਤੁਸਾਂ ਨਾਲ। ਅੱਛਾ। ਉਹਨੇ ਰੋਟੀ ਛੋਟੀ ਦੇਵਿਓ ਸਾਰਾ ਕੁਝ। ਮੈਂ ਸਹੀ ਉਹ ਇਸੇ ਤਰ੍ਹਾਂ ਹੀ ਖੱਜਲ ਖੁੱਜਲ ਹੁੰਦੇ ਆਏ, ਮਹੀਨਾ ਲੱਗ ਗਿਆ ਸੀ। ਅੱਛਾ। ਬਾਰਿਸ਼ਾਂ ਬੜੀਆਂ ਹੁੰਦੀਆਂ ਭਾਈ, ਦੁੱਖ ਅੱਛਾ ਜੀ। ਤਕਲੀਫ ਸਾਰੇ ਵਿੱਚ ਹੀ ਆਉਂਦੇ ਨੇ। ਇਨਸਾਨ ਨੇ ਕੋਈ ਇੰਜ ਦਾ ਵਕਤ ਆਇਆ ਹੋਵੇ ਕਿ ਤੁਸੀਂ ਜਾਂਦੇ ਪਏ ਉਦੋਂ ਤੋਂ ਬਾਰਿਸ਼ ਆ ਗਈ ਹੋਵੇ, ਬਹਿ ਕੇ ਭਿੱਜਣ ਲੱਗ ਪਏ? ਉਹ ਤੇ ਬੜੀ ਵਾਰ ਗਏ ਬਾਰਿਸ਼ ਲੱਗੀ ਹੈ, ਟੁਰੇ ਆ ਤਾਂ ਬਾਰਿਸ਼ ਆ ਗਈ ਤੇ ਉੱਥੇ ਬਹਿ ਕੇ ਤੇ ਸਟਾਪ ਕਰ ਲਿਆ ਜੀ, ਚਲੋ ਜੀ ਹੁਣ ਦਰਖਤਾਂ ਥੱਲੇ? ਦਰਖਤਾਂ ਥੱਲੇ। ਅੱਛਾ। ਬੜਾ ਔਖਾ ਨਿਜ਼ਾਮ ਤੱਕਿਆ ਸਾਰੇ। ਫਿਰ ਤੇ ਯੂਨਾਨ ਤੁਸੀਂ ਕਿਸ ਤਰ੍ਹਾਂ ਪੜ ਗਏ ਫਿਰ? ਜਨਾਨ ਹੈ ਆਖਰੀ ਵਾਰੀ ਜਦੋਂ ਨਾ ਕਿ ਜੀ ਇਹ ਸਾਡਾ ਕੀ ਆਨੇ ਨੂੰ ਪਾਇਆ ਵੈ। ਅੱਛਾ। ਇੱਥੇ ਅਸੀਂ ਵੀ ਬਸ ਸਟਾਪ ਕਰਾਂਗੇ, ਇੱਥੇ ਗੱਡੀ ਆਵੇਗੀ ਤੇ ਤੁਸੀਂ ਕੀ ਚਾਕ ਲੈ ਜਾਏਗੀ। ਇਤਨਾ ਪਾਣੀ ਸੀ, ਬਾਰਿਸ਼ ਵਾਲੀ ਸਾਈਡ ਤੋਂ ਗਿਆ ਸੋ? ਇਹ ਅਸੀਂ ਉਹ ਜਿਹੜਾ ਤੁਰਕੀਆਂ ਵਾਲਾ ਮੁਲਕ ਦਾ ਸ਼ਹਿਰ ਦਾ ਨਾ, ਉਸ ਧਰਨਾ ਨਹੀਂ ਗ੍ਰੀਕੀਆਂ ਵਿੱਚ ਹੀ ਆਉਂਦਾ, ਮੈਨੂੰ ਉਹਦਾ ਨਾਂ ਨਹੀਂ ਯਾਦ ਰਿਹਾ। ਅੱਛਾ। ਫੈਰਸ ਚੌਂਕੀ ਵਾਲੇ ਪਾਸੇ? ਉਹ ਇੱਧਰ ਹੀ ਕੋਈ ਕਸਾਂਤੀ ਡਰਾਮਾ ਨਹੀਂ ਹੈ, ਡਰਾਮਾ ਨਹੀਂ ਹੈ। ਅੱਛਾ, ਤੁਸੀਂ ਜਨਾਬ ਫਿਰ ਬੋਰਡ ਲੈ ਲਈ? ਨਾ ਪਾਰ ਹੋ ਗਿਆ, ਫਿਰ ਉੱਥੇ ਕੋਈ ਮਹੀਨਾ ਲੱਗ ਗਿਆ ਭਾਈ ਜੀ। ਅੱਛਾ। ਖੱਜਲ ਖੁੱਜਲ ਹੁੰਦੇ ਆ, ਫੌਜੀ ਆਏ ਆ, ਉਹਦੇ ਹੋਸ਼ ਹੀ ਨਹੀਂ ਹੁੰਦੀ, ਭੁੱਖਾ ਬੰਦਾ ਉਂਝ ਭੁੱਖੇ ਮਾਰਿਆ ਹੁੰਦਾ। ਤੇ ਜਦੋਂ ਤੁਸੀਂ ਕਸ਼ਤੀ ਤੋਂ ਯੂਨਾਨ ਵਾਲੇ ਪਾਸੇ ਸਫ਼ਰ ਸ਼ੁਰੂ ਕੀਤਾ, ਇਸ ਤੋਂ ਅੱਗੇ ਸਾਨੂੰ ਡਿਟੇਲ ਨਾਲ ਗੱਲ ਸੁਣਾਓ ਆਪਣੀ। ਜਿਸ ਤਰ੍ਹਾਂ ਜੀ ਗੱਲ ਸੁਣਾਈ ਤੇ ਨਹੀਂ ਕਿ ਮੈਂ ਇੰਜ ਪਹੁੰਚਿਆ, ਫਿਰ ਇੰਜ ਹੋਇਆ, ਚੱਪੂ ਮਾਰਿਆ ਸਰਕਾਰ, ਕਸ਼ਤੀ ਅਗਾਂਹ ਟੁਰ ਪਈ,
ਉਹ ਚੱਪੂ ਵਾਲੇ ਭਾਈ ਮੈਂ ਨਹੀਂ ਮਾਰੇ, ਦੂਏ ਮੁੰਡੇ ਮਾਰਨੇ ਸਨ, ਅੱਛਾ ਟੈਂਕਰ ਹੀ ਮਾਰਨੇ ਨੇ। ਇਹ ਅੱਛਾ ਤਾਂ ਚੱਪੂ ਛੱਪੂ ਕਦੇ ਨਹੀਂ ਮਾਰੇ, ਐਵੇਂ ਕਿਆ ਬੰਦਾ ਨਹੀਂ ਮਤਲਬ ਗੱਲ ਡਿਟੇਲ ਨਾਲ ਥੋੜੀ ਜਿਹੀ ਦੱਸੋ ਨਾ ਸਾਨੂੰ। ਇਹ ਭਾਈ ਐਡਾ ਤੇ ਹੁਣ ਉਹ ਭੁੱਲ ਗਏ, ਦੁੱਖ ਸਾਰੇ ਭੁੱਲ ਗਏ ਨੇ। ਸਹੀ ਗੱਲ ਹੈ, ਜਦੋਂ ਦੇ ਇਟਲੀ ਚ ਆਏ ਆ ਨਾ ਉਹ ਦੁੱਖਾਂ ਤੇ ਭੁਲਾ ਯੂਨਾਨ ਛੱਡ। ਜਾ ਕੇ ਕੀ ਕਰਦੇ ਰਹੇ? ਯੂਨਾਨ ਉੱਥੇ ਜਾ ਕੇ ਪਹਿਲਾਂ ਕਨੀਨਾ ਨਾਲ ਕੰਮ ਕੀਤਾ ਭਾਈ ਹਰਾਂ ਨਾਲ, ਅੱਛਾ ਤੇ ਦੁੱਖ ਜਿਹੜੇ ਸਨ ਪਿਛਲੇ ਭੁਲਾ ਛੋੜੇ। ਬੰਦਾ ਸਿਰਫ ਥੋੜੀ ਸਹੂਲਤ ਮਿਲੇ ਨਾ ਫਿਰ ਬੰਦਾ ਭੁੱਲ ਜਾਂਦਾ। ਬਿਲਕੁਲ ਇਸ ਤਰ੍ਹਾਂ ਹੀ। ਦੁੱਖ ਜ਼ਿਆਦਾ ਧੱਕੇ ਬਾਕੀ ਫਿਰ ਆਸਤਾ ਆਸਤਾ ਭੁੱਲ ਜਾਂਦਾ ਬੰਦਾ, ਸਹੀ ਹੋ ਗਿਆ। ਕਿਸ ਤਰ੍ਹਾਂ ਗਿਆ ਆ ਕਿ ਹਿਸਾਬ ਹੈ। ਯੂਨਾਨ ਜ਼ਿਮੀਂਦਾਰਾ ਵੀ ਕੀਤਾ? ਜ਼ਿਮੀਦਾਰਾ ਕੰਮ ਨਹੀਂ ਕੀਤਾ, ਘੱਟ ਹੀ ਕੀਤਾ। ਕਿਹੜੀ ਜਗ੍ਹਾ ਤੇ ਰਹੇ ਹੋ ਜਨਾਬ? ਮੈਂ ਨਾ ਰੱਖ ਲਿਓ ਰੇ, ਰਾਕ ਲਿਓ। ਰੱਖ ਲਿਓ। ਆਹ ਜਜ਼ੀਰੇ ਕਰੀਦੀ ਦੇ ਇਹਨਾਂ ਨੇ ਇੱਕ ਉਧਰ ਕਰੀਤੀ ਵਿੱਚ ਵੀ ਹੈ ਜਜ਼ੀਰਾ, ਤੇ ਇੱਕ ਇੱਧਰ ਸ਼ਹਿਰ ਵਿੱਚ ਵੀ ਹੈ ਰੱਖ ਲਿਓ। ਸਹੀ ਉੱਥੇ ਕੰਮ ਕੀ ਨਮੋਨੀਆ। ਕਰਦੇ ਰਹੇ ਹੋ? ਉਹ ਕਲੀਨਾ ਵਾਸ਼ ਕਰਨਾ। ਸਹੀ ਹੋ ਗਿਆ। ਤੇ ਕਿੰਨੀ ਤਨਖਾਹ ਮਿਲਦੀ ਸੀ? ਹਾਂ ਭਾਈ ਜੀ 600-700 ਰੁਪਏ ਹੀ ਕੁਝ ਗ੍ਰੀਸ ਵਿੱਚ ਹੀ ਕੁਝ ਹੋਰ ਕੁਝ ਨਹੀਂ, ਇਤਨਾ ਜ਼ਿਆਦਾ ਨਹੀਂ ਲੱਭਣੇ। ਤੇ ਉਦੋਂ ਤੁਸੀਂ ਗ੍ਰੀਸ ਛੱਡ ਕੇ ਨੱਸੇ ਕਿਉਂ? ਤਾਂ ਬੜਾ ਪਿਆਰਾ ਮੁਲਕ ਸੀ। ਪਿਆਰਾ ਮੁਲਕ ਹੈ, ਪੇਪਰ ਨਹੀਂ ਦੇ ਰਹੇ। ਅੱਛਾ ਜੀ। ਪੇਪਰ ਨਹੀਂ ਸੀ ਦੇਣੇ ਸੀ ਤੇ ਫਿਰ ਕਿਸ ਤਰ੍ਹਾਂ ਇਰਾਦਾ ਬਣਿਆ ਤੁਹਾਡਾ ਗ੍ਰੀਸ ਛੱਡਣ ਦਾ? ਉਹ ਤਾਂ ਭਾਈ ਇਹ ਸਾਡਾ ਰਹਿਣਾ ਭਾਈ ਨਵੀਦ ਗ੍ਰਾਂ ਹੀ ਹੈ ਮੇਰਾ। ਉਹ ਆਣਾ ਪੁੱਤਰ ਇਸੇ ਬਿਹਤਰੀ ਹੈ, ਤੁਸੀਂ ਅਗਰ ਨਿਕਲ ਜੋ ਫਾਇਦਾ ਹੀ ਹੈ। ਸਹੀ ਹੋ ਗਿਆ। ਕਿ ਇੱਥੇ ਪੇਪਰ ਨਹੀਂ ਲੱਭਣੇ, ਅੱਗੇ ਤੁਹਾਨੂੰ ਜ਼ਿੰਦਗੀ ਬਣ ਜਾਏਗੀ, ਤੁਸੀਂ ਫੈਮਿਲੀ ਨੇ ਵੀ ਪੇਪਰ ਹੋ ਜਾਣਗੇ, ਫਲਾਣੇ ਨੇ ਵੀ ਬੱਚਿਆਂ ਛੱਚੇ ਨੇ ਕੱਲ ਨੂੰ ਹੋਣਗੇ, ਤਾਂ ਅੱਗੇ ਤੋਂ ਜ਼ਿੰਦਗੀ ਬਿਹਤਰ ਹੋ ਜਾਏਗੀ। ਤੇ ਯੂਨਾਨ ਤੋਂ ਫਿਰ ਤੁਸੀਂ ਨਿਕਲੇ ਇਟਲੀ ਵਾਸਤੇ, ਉਹ ਤਾਂ ਸਫ਼ਰ ਤਾਜ਼ਾ ਹੀ ਹੈ ਥੋੜਾ ਜਿਹਾ, ਫਿਰ ਉਹ ਸੁਣਾ। ਉਹ ਤਾਂ ਫਿਰ ਯਾਦ ਹੀ ਹੈ ਨਾ ਸਟੋਰੀ ਆਪਣੀ? ਥੋੜੇ ਮੁਝ ਯਾਦ ਹੈ, ਕੋਈ ਭੁੱਲ ਭਾਲ ਗਏ। ਕਿਸ ਤਰ੍ਹਾਂ ਨਿਕਲੇ ਫਿਰ ਤੁਸੀਂ ਯੂਨਾਨ ਤੋਂ? ਜਨਾਨ ਤੋਂ ਹੀ ਨਿਕਲਿਆ ਜੋ ਈਦ ਪੜੀ ਹੈ, ਰਮਜ਼ਾਨ ਸੀ, ਰੋਜ਼ੇ ਸੋਦੇ ਰੱਖੇ ਸਨ। ਅੱਛਾ ਸਨ 2022 ਵਿੱਚ ਅੱਛਾ 5ਵੇਂ ਮਹੀਨੇ ਨਹੀਂ ਇਹ ਕੋਈ 4 ਤਰੀਕ ਹੈ 10 ਤਰੀਕ ਇਹ ਕੁਝ ਹੀ ਅੱਛਾ ਉਹ ਨਿਕਲਿਆ ਜੀ ਸ਼ਹੀਦ ਪੜੀ ਆ ਤਾਂ ਭਾਈ ਕੀ ਮਾਰਿਆ ਸਲਾਮ। ਮੈਂ ਚੰਗਾ ਹੈ ਅਸੀਂ ਹੁਣ ਚੱਲੀਏ, ਅੱਛਾ ਕੋਈ ਅੱਗੇ ਦੀ ਜ਼ਿੰਦਗੀ ਬਣਾਈਏ, ਕੋਈ ਇੱਥੇ ਤੱਕ ਕੋਈ ਨਹੀਂ ਬਣ ਰਹੀ। ਹਾਂ ਉੱਤੋਂ ਨਿਕਲਿਆ ਜੀ ਉੱਥੇ ਉਹ ਤੁਰਕੀ ਸਲੋਨਿਕੀ ਆਏ, ਸਲੋਨਿਕੀ ਤੋਂ ਅੱਗੇ ਫਿਰ અહીંયા ਨਿਕਲਨੇ ਬਹੁਤ क्या नाम मकदूनिया या ਸਾਰੇ ਹੋਟਲ ਵਾਲੇ ਪਾਸੋਂ हाँ सारे या फिरने टुरने सारे निकली आए। ਮਤਲਬ ਕਿਸ ਤਰ੍ਹਾਂ ਨਿਕਲੇ ਤੁਸੀਂ ਸੁਣਾਓ ਨਾ ਸਾਨੂੰ। ਗੱਡੀ ਉੱਥੇ ਲੱਗੀ ਹੈ ਭਾਜੀ, ਗੱਡੀ ਤੇ ਪਾਇਆ ਨੇ ਤੇ ਸਾਨੂੰ ਲੈ ਕੇ ਉਹ ਟ੍ਰੇਨ ਜੀ ਸੀ ਉੱਥੇ ਪਟੜੀ ਤੇ ਖੜਿਆ ਨੇ, ਉੱਥੇ ਆਣੇ ਜੀ ਗੱਡੀ ਆਵੇਗੀ ਜੇ। ਅੱਛਾ ਉੱਥੇ ਰਾਤੀ ਭਾਲ ਕੇ ਮਾਰ ਛੜਿਆ, ਨਾ ਟ੍ਰੇਨ ਲੱਗੀ ਨਾ ਪੈਦਲ ਹੀ ਟੋਰੀ ਰੱਖਿਆ ਸਾਰੀ ਰਾਤ। ਅੱਛਾ ਸਾਰੇ ਰਾਤ ਪੈਦਲ ਹੀ ਜ਼ਿਆਦਾ ਰਾਤ ਨੂੰ ਸਫ਼ਰ ਕਰਦੇ ਨੇ, ਦਿਹਾੜੀ ਕੋਈ ਬੰਦਾ ਤੱਕੇ ਨਾ। ਅੱਛਾ ਦਿਹਾੜੀ ਇਹ ਪਤਾ ਨਹੀਂ ਲੱਗਣਾ ਕਿਹੜੇ ਸ਼ਹਿਰ ਚ ਲੰਘੇ ਆ, ਕਿਹੜੇ ਪਿੰਡ ਚ ਗਏ ਆ, ਕਿਹੜੇ ਹਿਸਾਬ ਹੈ। ਤੇ ਜੇ ਅੱਗੇ ਕੋਈ ਬੰਦਾ ਨਿਕਲ ਆਵੇ ਤਾਂ ਇਹ ਸਰਬੀਆ ਹੈਂਗਰੀ ਤੋਂ ਫਿਰ ਆਸਟਰੀਆ ਆਏ ਆ ਸਰਬੀਆ ਤੋਂ। ਅੱਛਾ ਅਸੀਂ ਮੈਂ ਹੈਂਗਰੀ ਵਾਲੇ ਰਾਹ ਆਏ, ਬੋਸਨੀਆ ਵਾਲੋਂ ਨਹੀਂ ਆਏ? ਬੋਸਨੀਆ ਵਾਲੇ ਨੇ, ਮੈਂ ਅੱਛਾ ਹੈਂਗਰੀ ਵਾਲੇ। ਤੁਸੀਂ ਉੱਥੋਂ ਫਿਰ ਮਕਦੂਨੀਆ ਸੇਫ ਤੇ ਪੈਸੇ ਕਰਵਾਏ ਨੇ? ਪੈਸੇ ਕਰਾ ਕੇ ਤੇ ਪੈਸੇ ਬਾਅਦ ਚ ਦਿੱਤੇ ਜਿਹੜੇ ਹੈਂਗਰੀ ਆਸਟਰੀਆ ਪੁੱਜੇ। ਅੱਛਾ ਜੀ। ਸਰਬੀਆ ਤੋਂ ਕਿਸ ਤਰ੍ਹਾਂ ਤੋਂ ਆਸਟਰੀਆ ਗਏ ਫਿਰ? ਉੱਥੋਂ ਫਿਰ ਬੱਸ ਬੂਸ ਲਈ ਆਸਟਰੀਆ, ਫਿਰ ਉੱਥੇ ਹੈਂਗਰੀ ਆਸਟਰੀਆ ਨਹੀਂ ਸਰਬੀਆ ਨਾਲ ਹੀ ਹੈ ਹੈਂਗਰੀ। ਮਕਦੂਨੀਆ ਦੇ ਨਾਲ ਨਾਲ ਹੀ ਨਾਲ ਹੀ ਸੀ। ਜੈਂਟ ਕੋ ਨਹੀਂ ਨਾਲ ਹੁੰਦੇ ਭਾਜੀ। ਤੇ ਉਹ ਕਿਸ ਤਰ੍ਹਾਂ? ਨਹੀਂ ਜਿਹੜਾ ਡੈਂਕਰ ਸਨ ਰਾਤ ਦੱਸਣਾ, ਡੈਂਕਰ ਨਾਲ ਹੀ ਹੁੰਦਾ, ਬਾਕੀ ਜੈਂਟ ਉੱਥੇ ਬਸ ਫੋਨ ਹੀ ਕਰਨੇ, ਗੱਲ ਕਰਨੀ ਹੁੰਦੀ ਹੈ ਜੀ। ਮੁੜੇ ਕਿ 50 ਚ ਆ ਦਿਓ, 100 ਚ ਆ ਦਿਓ ਹਰ। ਸਹੀ। ਪਰ ਜਿਹੜੇ ਨੇ ਸਰਬੀਆ ਤੇ ਹੈਂਗਰੀ ਨੇ ਗੂੰ ਕੁੱਤੇ ਮਤਲਬ ਤੁਸੀਂ ਯੂਨਾਨ ਤੋਂ ਜਦੋਂ ਨਿਕਲੇ ਬੱਸ ਤੇ ਪਾ ਕੇ ਤੁਹਾਨੂੰ ਟ੍ਰੇਨਾਂ ਦੇ ਪਟੜੀਆਂ ਤੇ ਟੋਰਿਆ, ਤੁਸੀਂ ਟੁਰਦੇ ਜਾਂਦੇ ਹੋ ਜਨਾਬ। ਉੱਥੇ ਫਿਰ ਕਦੀ ਸਾਹ ਲੈ ਲਿਆ, ਕਦੀ ਬਹਿ ਗਏ, ਕਦੇ ਕੁਝ ਖਾ ਲਿਆ। ਦਿਹਾੜੀ ਤੇ ਟੋਰਨੇ ਦੀ ਰਾਤੀ ਰਾਤ ਨੂੰ ਫਿਰ ਤੁਸੀਂ ਟੁਰਦੇ ਗਏ, ਟੁਰਦੇ ਜਾਂਦੇ ਫਿਰ ਪਹੁੰਚ ਗਏ ਮਕਦੂਨੀਆ ਪੁੱਜੇ। ਫਿਰ ਉੱਥੇ ਜਾ ਕੇ ਫਿਰ ਸਰਬੀਆ ਕਿਸ ਤਰ੍ਹਾਂ ਵੜ ਗਏ? ਸਰਬੀਆ ਉਹ ਇੱਕ ਅਲਬਾਨੀਆ ਤੋਂ ਫਿਰ ਸਰਬੀਆ ਵੜੇ। ਪਹਿਲਾਂ ਅਲਬਾਨੀਆ ਹਾਂ ਅਲਬਾਨੀਆ ਉੱਥੇ ਕੋਈ ਡੱਕੀ ਰੱਖਿਆ ਨੂੰ, ਰਾਤ ਡੱਕਿਆ ਨੇ, ਦੂਏ ਦਿਹਾੜੇ ਫਿਰ ਉੱਥੋਂ ਰੋਟੀ ਦਿੱਤੀ ਸੀ ਨੇ। ਉੱਥੇ ਨਮਾਜ਼ ਵੀ ਪੜੀ ਸੀ ਕਿਉਂਕਿ ਜ਼ਾਨ ਹੋਈ ਸੀ। ਅੱਛਾ ਮੁਸਲਮਾਨ ਵੀ ਹਨ ਕੁਝ, ਤੇ ਜ਼ਾਨ ਦਿੱਤੀ ਉਹਨੇ, ਨਮਾਜ਼ ਸ਼ਾਦ ਪੜੀ। ਅੱਛਾ ਮੈਂ ਨਮਾਜ਼ ਪੜ੍ਹਨੀ ਹੈ ਤੇ ਆਨੇ ਪੜ੍ਹ ਲਓ, ਟੈਨਸ਼ਨ ਨਹੀਂ। ਫਿਰ ਸਰਬੀਆ ਸਰਬੀਆ ਵੜੇ। ਸਰਬੀਆ ਤੋਂ ਫਿਰ ਅੱਗੋਂ ਤੁਸੀਂ ਆਸਟਰੀਆ। ਆਸਟਰੀਆ ਨਾਲ ਹੀ ਉੱਥੇ ਗੱਡੀ ਸਰਬੀਆ ਉੱਥੋਂ ਆਉਂਦੀ ਹੈ ਨਾ 10 ਘੰਟਾ ਅੱਧਾ ਘੰਟਾ ਲੱਗਣਾ ਹੈ ਕੋਈ ਬੱਸ ਦਾ। ਆਈ ਆਉਂਦੀਆਂ ਨੇ ਗੱਡੀਆਂ ਹੀ। ਸਹੀ। ਤੇ ਉੱਥੇ ਬੈਠੇ ਫਿਰ ਇੱਧਰ ਆਏ ਨਿਕਲੇ, 3 ਵਾਰੀ ਪਕੜਾਏ ਫੌਜ ਨੇ ਪਕੜ ਲਿਆ ਸੀ 2 ਵਾਰ। ਬੋਸਨੀਆ ਨਹੀਂ ਗਿਆ ਤੁਸੀਂ? ਬੋਸਨੀਆ ਨੇ ਗਿਆ। ਆਸਟਰੀਆ ਮਤਲਬ ਕਿਸ ਤਰ੍ਹਾਂ ਤੁਸੀਂ ਪਹੁੰਚੇ? ਸਾਰੀ ਸਾਨੂੰ ਸੂਰਤ ਹਾਲ ਦੱਸੋ ਨਾ। ਫਿਰ ਇਟਲੀ ਕਿੰਜ ਪਹੁੰਚ ਗਏ ਤੁਸੀਂ? ਇੱਥੋਂ ਗਿਆ ਹੈਂਗਰੀ ਟੱਪੇ। ਹੈਂਗਰੀ ਵਾਲੇ ਟੱਪਣ ਨਹੀਂ ਦਿੰਦੇ, ਤਾਰਾਂ ਲਾਈਆਂ ਬੜੀਆਂ ਵੱਡੀਆਂ, ਟੱਪ ਕੇ ਜਾਣਾ ਪੈਂਦਾ। ਤੇ 3 ਵਾਰੀ ਉਹਨਾਂ ਮੈਨੂੰ ਪਕੜਿਆ ਤੇ ਫੋਨ ਖੋਹ ਲਿਆ। ਫੌਜ ਸੀ, ਪਤਾ ਨਹੀਂ ਹੁਣ ਜਰਮਨ ਨਹੀਂ ਸੀ, ਗੇਸ ਨਹੀਂ ਸੀ, ਇਟਲੀ ਨਹੀਂ। ਤੇ ਉਹਨਾਂ ਖੋਹ ਲਏ ਫੋਨ ਨਾ ਰਾਬਤਾ ਕਰਨੇ ਜੋਵੇ ਨਾ ਲੈਣ ਦੇ। ਉਹ ਇਸੇ ਤਰ੍ਹਾਂ ਭਾਈ ਫਿਰ
ਦੋ त्रै ਵਾਰੀ ਡੰਗੀਆਂ ਲਾਏ, 2 ਵਾਰੀ ਪਕੜੇ, 3 ਵਾਰੀ ਪਕੜਾਏ, ਚੌਥੀ ਵਾਰੀ ਪਾਰ ਚੜ ਗਏ। ਅੱਛਾ ਉੱਥੇ 2-3 ਦਿਹਾੜੇ ਹੈਂਗਰੀ ਵਾਲੇ ਵੀ ਵੜੇ ਰਹੇ ਆ, ਉੱਥੇ ਹੀ ਉਹਨੇ ਜੰਗਲੇ ਫਿਰਨੇ ਰਹੇ। ਕੋਈ ਦੂਏ ਤੀਏ ਕੇ ਚੌਥੇ ਦਿਹਾੜੇ ਆਈ ਹੈ ਅੱਛਾ ਗੱਡੀ, ਸਾਰੇ ਉਸ ਵਿੱਚ ਫਿਰ ਕੇ ਤੇ ਉਹਨਾਂ ਫਿਰ ਗੱਡੀ ਆਈ ਹੈ ਕਾਰ ਜੀ ਕਾਲੀ, ਉਸ ਵਿੱਚ 7 ਕੇ 8 ਮੁੰਡੇ ਪਾਏ, ਅੱਛਾ ਜੀ 8 ਕੀ ਪਾ ਕੇ ਅੱਗੂ ਫਿਰ ਸਾਨੂੰ ਨਾ ਹੈਂਗਰੀ ਵਾਲੇ ਸਟਰੀ ਵਾਲੇ ਬਾਰਡਰ ਦਾ ਛੋੜਿਆ ਸੀ। ਹਾਂ ਆਣਾ ਉਹ ਝੰਡਾ ਉੱਥੋਂ ਹੀ ਨਾਚ ਉੱਥੋਂ ਅਸੀਂ ਦੱਸਣੇ ਆਏ ਆ, ਅੱਗੇ ਫੌਜ ਖਲੋਤੀ, ਉਹਨਾਂ ਪੋੜ ਲਿਆ, ਉਹਨਾਂ ਕਿ ਕਿੱਧਰ ਅਦਾ ਕੀ ਕੋਨਾ ਆਵੇ, ਅਦਾ ਕਿ ਪੋੜ ਲਿਆ, ਉਹਨਾਂ ਗੱਲਬਾਤ ਕੋ ਨਾ ਆਵੇ, ਹਾਂ ਪੋੜ ਕੇ ਆਨੇ ਨੇ ਅੰਦਰ ਆ ਜਾ, ਸਾਨੂੰ ਤਲਾਸ਼ੀ ਤਲੂਸ਼ੀ ਲਈ ਸਾਰਾ ਕੁਝ ਕੀਤਾ। ਅਸਾਂ ਕਿ ਪਾਣੀ ਦਿਓ, ਪਾਣੀ ਪੀਣਾ, ਮੈਨੂੰ ਪਾਣੀ ਛਾਣੀ ਦਿੱਤਾ। ਹੋਰ ਦੂਏ 2-3 ਬੰਦੇ ਸਾਂ, ਅਸੀਂ 7-8 ਮੁੰਡੇ ਸਾਂ ਆਪਣੇ ਅੱਛਾ ਪਾਕਿਸਤਾਨੀ ਸਾਰੇ। ਫਿਰ ਉਹਨਾਂ ਸਾਨੂੰ ਰਾਤ ਰੱਖਿਆ ਉੱਥੇ, ਕੋਈ ਸੈਨ ਸੂਨ ਕਰਾਏ ਨੇ ਸਟਰੀਏ ਚ, ਉਹਨਾਂ ਨਾ ਪਤਾ ਪੁੱਛਿਆ ਸਾਰਾ ਕੁਝ, ਕੁੜੀ ਤਰਜਮਾਨ ਆਈ ਸੀ, ਅੱਛਾ ਉਸ ਕੋਲ ਪੁੱਛਿਆ ਸਾਰਾ, ਸਾਡੇ ਕੋਲ ਪੁੱਛਿਆ ਕਿਉਂ ਆਏ ਹੋ, ਕੀ ਹਿਸਾਬ। ਮੈਂ ਉਹਨੂੰ ਸ਼ਾਰਟ ਦੱਸਿਆ, ਮੈਂ ਕਿਹਾ ਰਾਤੀ ਤੋਂ ਸਾਨੂੰ ਹੁਣ ਕਿ ਪਤਾ ਕਿਹੜੇ ਪਿੰਡ ਟੱਪੇ ਅਸੀਂ ਕਿ ਨਹੀਂ, ਪਰ ਐ ਕਿ ਪੁੱਜ ਆਏ ਆ, ਹੁਣ ਕਿੱਥੇ ਕੀ ਕਰਾਂਗੇ, ਉਸ ਕੋਲ ਪੁੱਛਿਆ ਥੋੜਾ ਸਾਰਾ। ਆਨੀਆ ਤੁਸਾਂ ਕਿ ਇੱਥੇ ਕੈਂਪ ਲੱਭੇਗਾ, ਰੋਟੀ ਲੱਭੇਗੀ, ਸਾਰਾ ਕੁਝ ਲੱਭੇਗਾ, ਸੈਣ ਨੂੰ ਦੇਣਗੇ ਜਗ੍ਹਾ, ਸਾਰਾ ਕੁਝ। ਅੱਛਾ 2-3 ਦਿਹਾੜੇ, 2 ਦਿਹਾੜੇ ਰੱਖਿਆ, 3 ਦਿਹਾੜੇ ਦੂਜੀ ਜਗ੍ਹਾ ਭੇਜ ਛੜਿਆ ਨੇ। ਉਸ ਸ਼ਹਿਰ ਦਾ ਮੈਨੂੰ ਨਾਂ ਨਹੀਂ ਪਤਾ, ਹੁਣ ਪਤਾ ਨਹੀਂ ਕੀ ਸੀ। ਉੱਥੇ ਰਹੇ ਮਹੀਨਾ, ਤੇ ਮੈਂ ਉੱਥੇ ਹੀ ਰਿਹਾ ਮਹੀਨਾ ਡੇਢ ਬਾਅਦ ਫਿਰ ਉਹਨਾਂ ਕਾਰਡ ਇੱਕ ਦਿੰਦੇ ਨੇ, ਕਾਰਡ ਮੈਨੂੰ ਕੋਨਾ ਨਹੀਂ ਦਿੱਤੀ ਉਹਨੇ, ਮੈਂ ਨਸ ਆਇਆ, ਮੈਂ ਕਿਹਾ ਚੱਲ ਚਲੀਏ ਯਾਰ ਇਟਲੀ। ਇੱਥੇ ਮੁੜੇ 4-5 ਮੁੰਡੇ ਨਾਲ ਲੱਗੇ ਸਨ, ਉੱਥੋਂ ਆਏ ਆ, ਪਤਾ ਨਹੀਂ ਕਿ ਸ਼ਹਿਰ ਸੀ ਨਾ, ਉੱਥੋਂ ਇਟਲੀ ਦੀ ਗੱਡੀ ਲੱਗਣੀ ਹੈ, ਤੇ ਉੱਥੋਂ ਵਿੱਚ ਵਾੜ ਕੇ ਗਰੇਜ਼ੀਆ ਤੋਂ ਫਿਰ ਇਟਲੀ ਵਾੜ ਆਏ, ਆਪੇ ਹੀ ਬੜੇ ਬਗੈਰ ਏਜੰਟ ਤੋਂ, ਬਗੈਰ ਏਜੰਟ ਟਿਕਟ ਲੈ ਕੇ ਆਪੋ ਫਿਰ ਕੇ ਇੱਥੇ ਆ ਕੇ ਖੱਜਲ ਖੁੱਜਲ ਹੁੰਦੇ ਨੇ। ਫਿਰ ਭਾਈ ਕੀ ਮਾਰਿਆ ਫੋਨ, ਭਾਈ ਟ੍ਰਿਸਟੇ ਨਹੀਂ, ਟ੍ਰਿਸਟੇ ਤੋਂ ਪਿੱਛੇ ਹੀ ਲੱਥੇ ਅਸੀਂ। ਮੈਂ ਲੱਥਾਂ ਕੀ ਨਾਮ ਸੀ ਉਸ ਪਿੰਡ ਦਾ ਯਾਰਾ, ਗਰੇਜ਼ੀਆ ਨਹੀਂ, ਇਟਲੀ ਨੇ ਸ਼ਹਿਰ ਹੈ। ਅੱਛਾ ਸਰ ਵੈਨੇਜ਼ੀਆ ਵੀ ਨਹੀਂ, ਉਹ ਕੀ ਨਾਮ ਹੈ ਯਾਰ, ਪਾਦੋਵਾ, ਬਲੋਨੀਆ, ਫਰਾਂਸਾ ਨਹੀਂ ਹੈ, ਰੋਮਾ ਵੀ ਨਹੀਂ, ਰੋਮਾ ਨਹੀਂ ਹੈ, ਪਾਰਮੇ ਆਣ ਕੇ ਭਾਈ ਕੀ ਮਾਰਿਆ ਫੋਨ, ਭਾਈ ਰੇਸ ਨੇ ਆਣ ਕੇ ਚਾ ਕੇ ਰਾਤੀ ਖੜਿਆ। ਸਹੀ ਹੋ ਗਿਆ ਭਾਈ ਰੇਸ ਆਇਆ ਸੀ, ਉਹ ਮੇਰਾ ਗ੍ਰਾਨ ਹੈ, ਤੇ ਉਸ ਨੂੰ ਚਲੋ ਫਿਰ। ਤੇ ਡਾਕੂਮੈਂਟ ਦੀ ਹੁਣ ਤੁਹਾਡੀ ਕੀ ਸਿਚੁਏਸ਼ਨ? ਡਾਕੂਮੈਂਟ ਭਾਈ ਜੀ ਹੁਣ ਤਾਂ ਸਾਰਾ ਕੁਝ ਕਰਤਾ ਸ਼ਰਤਾ, ਸਾਰਾ ਕੁਝ ਲੱਭ ਗਿਆ। ਤੇ ਨਵੇਂ ਬੰਦੇ ਵਾਸਤੇ ਕਿਵੇਂ ਡਾਕੂਮੈਂਟ ਇਟਲੀ ਚ ਬਣਦੇ ਨੇ? ਆਉਂਦਿਆਂ ਸਭ ਤੋਂ ਪਹਿਲੇ ਕੀ ਬਣਦਾ? ਆਉਂਦਿਆਂ ਪਹਿਲਾਂ ਕਰਾਣੀ ਹੁੰਦੀ ਹੈ ਜ਼ੇਲ ਕਰਾਣੀ ਹੁੰਦੀ ਹੈ, ਜਾ ਕੇ ਜ਼ੇਲ ਕਰ ਲਵਣ ਤਾਂ ਠੀਕ ਹੈ, ਨਾ ਕਰਨ ਤਾਂ ਲੱਭਣੇ। ਜੇ ਕਰ ਲੈਣ ਤਾਂ ਫਿਰ ਕੀ ਲੱਭਦਾ? ਫਿਰ ਉਹਦਾ ਕੈਂਪ ਲੱਭੇਗਾ। ਅੱਛਾ ਕੈਂਪ ਲੱਭ ਗਿਆ, ਤੇ ਕੈਂਪ ਲੱਭ ਗਈ ਤਾਂ ਫਿਰ ਤੁਹਾਡਾ ਸਭ ਤੋਂ ਪਹਿਲਾਂ ਕਿਹੜਾ ਕਾਗਜ਼ ਬਣਿਆ ਡਾਕੂਮੈਂਟ? ਸਾਡੀ ਉੱਥੇ ਪਹਿਲਾਂ ਜ਼ੇਲ ਕੀਤੀ ਸੀ, ਉਹਨਾਂ ਲਿਖਿਆ ਸਾਰਾ ਕੁਝ, ਕਰਤਾ ਪਤਾ ਸਾਰਾ ਕੁਝ ਲਿਖ ਲਿਆ ਸੀ, ਸਟੈਟਿਸਟਿਕ ਕਰਾਈ ਸੀ ਪਤੇ ਆਣ ਕੇ। ਉਹਨਾਂ ਫਿਰ ਅਸਾਂ ਕਿਹਾ ਸਾਨੂੰ ਕੋਈ ਰੈਸ਼ ਕੋ ਨਹੀਂ, ਸਹਿਣੇ ਬਹਿਣੇ ਨਹੀਂ, ਜਗ੍ਹਾ ਕੋ ਨਹੀਂ। ਉਹ ਆਨੇ ਜੀ ਤੁਸੀਂ ਇੱਥੇ ਰਾਜ ਬਾਹਰ ਹੀ ਸਹਿਣਾ ਕਰਨਾ ਹੈ, ਲੱਭ ਤੁਸੀਂ ਟ੍ਰਿਸਟੇ ਦੇ ਹੋ ਕੈਂਪ ਵਿੱਚ। ਤੇ ਇਸ ਗੱਲੇ ਬਾਤ ਉੱਥੇ ਰਹੇ ਜੀ, ਖੱਜਲ ਖੁੱਜਲ। ਤੇ ਇਟਲੀ ਚ ਆ ਕੇ ਤੁਹਾਨੂੰ ਕਿਹਦਾ ਲੱਗ ਰਿਹਾ? ਇਟਲੀ ਬਹੁਤ ਅੱਛਾ ਜੀ ਯਾਰ। ਜਿਹੜੇ ਨਵੇਂ ਦੋਸਤ ਆਉਣਾ ਚਾਹੁੰਦੇ ਨੇ ਯੂਰਪ ਵਿੱਚ, ਉਹਨਾਂ ਨੂੰ ਦੱਸੋ ਨਾ ਗੱਲ। ਅਸੀਂ ਤਾਂ ਇਹ ਆਨੇ ਆ ਭਰਾਵਾ, ਉੱਥੇ ਹੀ ਰਵਣ, ਆਪਣੇ ਜ਼ਿੰਦਗੀ ਦੀ ਚਾਹ ਲੈਣ, ਮਾਂ ਪਿਓ ਦੀ ਖਿਦਮਤ ਕਰ ਲਵਣ। ਯੂਰਪ ਕੱਟਣ ਸੌਖਾ ਹੀ ਹੈ, ਬਾਕੀ ਜਿਹੜਾ ਕੋਈ ਬੰਦਾ ਪਿੱਛੇ ਮਰ ਜਾਂਦਾ, ਮਾਂ ਪਿਓ ਭੈਣਾ ਭਰਾ, ਇਹ ਜ਼ਿੰਦਗੀ ਔਖੀ ਹੋ ਜਾਂਦੀ ਹੈ ਬਗੈਰ ਕਾਗਜ਼ਾਂ ਤੋਂ। ਮੁਸ਼ਕਲ ਹੋ ਜਾਂਦਾ। ਜਿਹੜੇ ਡੈਂਕੀ ਲਾ ਕੇ ਆਉਣਾ ਚਾਹੁੰਦੇ ਨੇ, ਉਹਨਾਂ ਵਾਸਤੇ ਕੀ ਪੈਗਾਮ? ਡੈਂਕੀ ਵਾਲਿਆਂ ਦੀ ਇਹ ਹੈ ਕਿ ਬਾਈ ਪੈਸੇ ਭਰੋ ਤੇ ਆ ਜਾਓ, ਚੰਗੇ ਬਿਹਤਰ। ਡੈਂਕੀ ਸੌਖੀ ਹੈ ਕਿ ਆਸਾਨ ਹੈ? ਔਖੀ ਹੈ ਬੜੀ ਡੈਂਕੀ ਅੱਜ ਕੱਲ, ਮੰਮੀ ਡੈਡੀ ਵਾਲਿਆਂ ਵਾਸਤੇ ਔਖੀ ਹੈ, ਤੇ ਜਿਹੜਾ ਕੋਈ ਬੰਦਾ ਚਾਰ ਮੱਝਾਂ ਛੱਜਾਂ ਨਾਲ ਜ਼ਿਮੀਂਦਾਰਾ ਕੰਮ ਪਾਕਿਸਤਾਨ ਕਰਨਾ, ਉਸ ਵਾਸਤੇ ਬਿਹਤਰ ਹੈ। ਲੋ ਜੀ, ਇਹ ਜਨਾਬ ਸਾਡੇ ਭਾਈ ਸਾਹਿਬ ਜਿਹੜੇ ਸਰਾਏ ਆਲਮਗੀਰ ਤੋਂ ਸਨ, ਉਹਨਾਂ ਦੀ ਸਟੋਰੀ ਸੀ। ਤੇ ਇਨਸ਼ਾਅੱਲਾ ਉਮੀਦ ਹੈ ਕਿ ਤੁਹਾਨੂੰ ਵੀ ਪਸੰਦ ਹੀ ਹੋਵੇਗੀ। ਕਮੈਂਟ ਦੇ ਵਿੱਚ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ। ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ। ਮਿਲਾਂਗੇ ਨਈ ਵੀਡੀਓ ਦੇ ਵਿੱਚ, ਤਬ ਤੱਕ ਸਾਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।